everyone, welcome to my channel. This is Padni. I hope you all are good. So today we are going to discuss few important strategies regarding speaking cue card topic. By following all these strategies or all these points, you could make your speaking cue card topic effective and impressive at the same time. Believe me guys, ਜੇ ਤੁਸੀਂ ਇਹ ਸਾਰੀਆਂ strategies ਨੂੰ follow ਕਰੋਗੇ ਕਦੋਂ from the very beginning, ਜਦੋਂ ਤੁਸੀਂ start ਕਰਨਾ start ਕਰੋਗੇ ਨਾ, ਆਪਣੇ prepare ਕਰਨਾ start ਕਰੋਗੇ for the final exam, ਉਦੋਂ ਤੋਂ ਹੀ ਤੁਸੀਂ ਇਹ ਸਾਰੇ points ਨੂੰ ਜਿਹੜੇ ਮੈਂ ਅੱਜ ਤੁਹਾਨੂੰ ਦੱਸਾਂਗੀ ਉਹਨਾਂ ਨੂੰ consider ਕਰਨਾ ਹੈ। ਹੌਲੀ ਹੌਲੀ ਗ੍ਰੈਜੂਅਲੀ ਹੈ ਨਾ, ਡੇ ਬਾਈ ਡੇ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਤੁਸੀਂ ਡੈਫੀਨੇਟਲੀ ਇੰਪਰੋਵਾਈਜ਼ ਕਰੋਗੇ ਆਪਣਾ ਕਿਊ ਕਾਰਡ ਐਂਡ ਤੁਸੀਂ ਚੇਂਜਸ ਖੁਦ ਨੋਟਿਸ ਕਰੋਗੇ। ਠੀਕ ਹੈ। ਨੰਬਰ 1 ਸਟ੍ਰੈਟਜੀ ਕੀ ਹੈ? ਦੈਟ ਇਜ਼ ਟਾਈਮ ਕਨਸਟ੍ਰੇਂਟ। ਟਾਈਮ ਕਨਸਟ੍ਰੇਂਟ ਦਾ ਮਤਲਬ ਕੀ ਹੈ? ਹੁਣ ਦੇਖੋ, ਜਦੋਂ ਅਸੀਂ ਫਾਈਨਲ ਪੇਪਰ ਦੇ ਵਿੱਚ ਡਿਲੀਵਰ ਕਰਦੇ ਹਾਂ ਆਪਣਾ ਕਿਊ ਕਾਰਡ ਟੌਪਿਕ, ਉੱਥੇ ਸਾਨੂੰ ਮਿਲਦਾ 1 ਮਿੰਟ ਟੂ ਪ੍ਰੀਪੇਅਰ ਐਂਡ 2 ਮਿੰਟਸ ਟੂ ਡਿਲੀਵਰ। ਪਰ ਜਦੋਂ ਅਸੀਂ ਸਟਾਰਟ ਕਰਦੇ ਹਾਂ ਅਸੀਂ ਇੱਕ ਹੈਬਿਟ ਬਣਾ ਲੈਂਦੇ ਹਾਂ, ਅਸੀਂ ਹੈਬਚੁਅਲ ਹੋ ਜਾਂਦੇ ਹਾਂ ਕਿ ਜਦੋਂ ਅਸੀਂ ਪ੍ਰੀਪੇਅਰ ਕਰਨਾ ਸਟਾਰਟ ਕਰਦੇ ਹਾਂ ਉਦੋਂ ਅਸੀਂ ਕਦੇ 15 ਮਿੰਟ ਲੈ ਲਏ, ਕਦੇ 10 ਮਿੰਟ ਲੈ ਲਏ। ਜੇ ਅਸੀਂ ਇੰਸਟੀਟਿਊਟ ਦੇ ਵਿੱਚ ਕਿਤੇ ਪ੍ਰੀਪੇਅਰ ਕਰ ਰਹੇ ਹਾਂ ਹੈ ਨਾ, ਉਦੋਂ ਸਾਡੀ ਕਲਾਸ ਦੇ ਵਿੱਚ ਜਦੋਂ ਇੰਟਰਵਿਊਜ਼ ਹੁੰਦੀਆਂ, ਸਪੀਕਿੰਗ ਸੈਸ਼ਨਸ ਹੁੰਦੀਆਂ, ਉਦੋਂ ਤਾਂ ਅਸੀਂ ਪਤਾ ਨਹੀਂ ਕਿਸ ਤੋਂ ਸੁਣ ਕੇ ਉਹਦਾ ਸੁਣ ਲਿਆ, ਫਿਰ ਅਸੀਂ ਪੁਆਇੰਟਸ ਲਿਖਦੇ ਰਹਿੰਦੇ ਹਾਂ। ਕਈ ਵਾਰ ਸਾਡੀ ਵਾਰੀ 10 ਮਿੰਟ ਬਾਅਦ ਆਉਂਦੀ ਹੈ, ਕਈ ਵਾਰ 5 ਮਿੰਟ ਬਾਅਦ ਆਉਂਦੀ ਹੈ, ਤਾਂ ਫਿਰ ਉਹੀ ਚੀਜ਼ 'ਤੇ ਹੈਬਚੁਅਲ ਹੋ ਜਾਂਦੇ ਹਾਂ। ਇਹ ਚੀਜ਼ ਨੂੰ ਅਵੋਇਡ ਕਰੋ। ਇੱਥੇ ਹੀ ਤੁਸੀਂ ਸਭ ਤੋਂ ਵੱਡੀ ਮਿਸਟੇਕ ਕਰ ਰਹੇ ਹੋ। ਸਟਾਰਟਿੰਗ ਤੋਂ ਹੀ ਜਦੋਂ ਵੀ ਪ੍ਰੀਪੇਅਰ ਕਰਨਾ ਸਟਾਰਟ ਕਰੋਗੇ ਆਪਣਾ ਟਾਈਮਰ ਔਨ ਕਰੋ। ਟਾਈਮਰ ਤੁਹਾਡਾ ਹਮੇਸ਼ਾ ਤੁਹਾਡੇ ਨਾਲ ਹੋਣਾ ਚਾਹੀਦਾ। 1 ਮਿੰਟ ਦਾ ਟਾਈਮ ਲਗਾਓ, ਪ੍ਰੀਪੇਅਰ ਕਰਨਾ ਸਟਾਰਟ ਕਰੋ। ਦੇਖੋ ਕਿੰਨਾ ਪ੍ਰੀਪੇਅਰ ਕਰ ਪਾਉਂਦੇ ਹੋ ਕਿਊ ਕਾਰਡ ਨੂੰ। ਹੌਲੀ ਹੌਲੀ ਘੱਟ ਕਰੋਗੇ, ਬਟ ਡੇ ਬਾਈ ਡੇ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਉਵੇਂ ਤੁਹਾਡੀ ਇੰਪਰੋਵਾਈਜ਼ ਤੁਹਾਡਾ ਹੁੰਦਾ ਰਹੇਗਾ। ਸੈਕਿੰਡ ਇਜ਼ 2 ਮਿੰਟਸ ਟੂ ਡਿਲੀਵਰ। ਹੁਣ ਜਦੋਂ ਵੀ ਤੁਸੀਂ ਬੋਲਣਾ ਸਟਾਰਟ ਕਰਦੇ ਹੋ ਨਾ, ਉਦੋਂ ਵੀ ਟਾਈਮਰ ਤੁਹਾਡੇ ਕੋਲ ਹੋਣਾ ਚਾਹੀਦਾ। 2 ਮਿੰਟਸ ਦਾ ਟਾਈਮਰ ਤੁਸੀਂ ਨਹੀਂ ਲਗਾਉਣਾ, ਉੱਥੇ ਤੁਸੀਂ ਲਗਾਓ 2.5 ਹੈ ਨਾ, 2.5 ਮਿੰਟ ਦਾ ਟਾਈਮਰ ਲਗਾਓ। ਜੇ ਪਹਿਲਾਂ ਪ੍ਰੀਪਰੇਸ਼ਨ ਟਾਈਮ ਤੁਸੀਂ 2.5 ਮਿੰਟ ਬੋਲੋਗੇ ਤਾਂ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ 2 ਮਿੰਟਸ ਆਰਾਮ ਨਾਲ ਬੋਲ ਕੇ ਆਓਗੇ ਵਿਦ ਪ੍ਰੋਪਰ ਫਲੂਐਂਸੀ ਹੈ ਨਾ, ਤੁਹਾਡੀ ਸਪੀਡ, ਨੋ ਫਿਲਰਸ, ਐਵੇਂ ਬੋਲ ਕੇ ਆਓਗੇ। Clear? Second point is your recording. Yes, always listen to the recordings. ਜਿਹੜਾ ਵੀ ਕਿਊ ਕਾਰਡ ਡਿਲੀਵਰ ਕਰ ਰਹੇ ਹੋ, ਜਦੋਂ ਵੀ ਪ੍ਰੀਪਰੇਸ਼ਨ ਕਰ ਰਹੇ ਹੋ, ਚਾਹੇ ਇੰਸਟੀਟਿਊਟ 'ਚ ਕਰ ਰਹੇ ਹੋ, ਚਾਹੇ ਕਿਸੇ ਹੋਰ ਫਰੈਂਡ, ਫੈਮਿਲੀ, ਰਿਲੇਟਿਵ ਕਿਸੇ ਨੂੰ ਵੀ ਸੁਣਾ ਰਹੇ ਹੋ, ਉਦੋਂ ਹਮੇਸ਼ਾ ਉਹਨੂੰ ਰਿਕਾਰਡ ਕਰੋ। ਉਸ ਤੋਂ ਬਾਅਦ ਜਿਹੜੀ ਵੀ ਤੁਹਾਡੀ ਰਿਕਾਰਡਿੰਗ ਹੈ ਉਹਨੂੰ always listen to that recording twice. 2 ਵਾਰ ਤੁਸੀਂ ਸੁਣਨਾ ਹੈ। 2 ਵਾਰ ਕਿਵੇਂ ਸੁਣਨਾ ਹੈ? ਉਹਨੂੰ ਪਾਰਟਸ ਦੇ ਵਿੱਚ ਡਿਵਾਈਡ ਕਰੋ। ਇਨ ਫਸਟ ਪਾਰਟ ਯੂ ਵਿਲ ਲਿਸਨ ਟੂ, ਸਭ ਤੋਂ ਪਹਿਲਾਂ ਤੁਸੀਂ ਕੀ ਸੁਣੋਗੇ? ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਮੈਂ ਫਲੂਐਂਸੀ ਦੇ ਵਿੱਚ ਬੋਲਿਆ, ਕਿਤੇ ਮੈਂ ਹੌਲੀ ਜਾਂ ਬਹੁਤ ਜ਼ਿਆਦਾ ਫਾਸਟ ਸ਼ਤਾਬਦੀ ਐਕਸਪ੍ਰੈਸ ਤਾਂ ਨਹੀਂ ਬਣ ਗਿਆ। ਸੈਕਿੰਡ ਇਜ਼ ਮੈਂ ਕਿਤੇ ਫਿਲਰਸ ਤਾਂ ਨਹੀਂ ਲਏ, ਅਨਨੈਸੈਸਰੀ ਮੈਂ ਪੌਜ਼ਿਸ ਤਾਂ ਨਹੀਂ ਕਰੀ ਗਿਆ, ਮੇਰੀ ਇੰਟੋਨੇਸ਼ਨ ਆਈ, ਮੈਂ ਕਿੱਥੇ ਹਾਈ ਲੈ ਕੇ ਜਾਣਾ ਸੀ ਵੌਇਸ ਨੂੰ, ਕਿੱਥੇ ਲੋ ਲੈ ਕੇ ਆਉਣਾ ਸੀ, ਉਹ ਆਇਆ ਜਾਂ ਨਹੀਂ ਆਇਆ, ਜਿੱਥੇ ਐਕਸਾਈਟਮੈਂਟ ਕੁਝ ਸ਼ੋ ਕਰਨੀ ਸੀ ਉੱਥੇ ਮੈਂ ਉਵੇਂ ਕੀਤਾ ਜਾਂ ਨਹੀਂ ਕੀਤਾ। ਠੀਕ ਹੈ। ਦੈਨ ਇਸ ਪ੍ਰੋਨਾਂਸੀਏਸ਼ਨ, ਮੇਰੀ ਪ੍ਰੋਨਾਂਸੀਏਸ਼ਨ ਅਪ ਟੂ ਦਾ ਮਾਰਕ ਸੀ ਜਾਂ ਮੈਂ ਵੈਸੇ ਹੀ ਕੁਝ ਹੋਰ ਫालतू ਪ੍ਰੋਨਾਊਂਸ ਕਰੀ ਗਿਆ ਵਰਡਸ ਨੂੰ, ਜਾਂ ਮੈਂ ਕੁਝ ਓਵਰ ਐਕਟਿੰਗ ਕਰੀ ਗਿਆ ਹੈ ਨਾ। ਨੈਕਸਟ ਇਜ਼ ਯੂਅਰ ਐਕਸੈਂਟ। ਹਮੇਸ਼ਾ ਜਿਹੜਾ ਐਕਸੈਂਟ ਹੈ ਉਹ ਆਪਣਾ ਹੀ ਐਕਸੈਂਟ ਫੋਲੋ ਕਰੋ। ਇਹ ਨਹੀਂ ਕਿ ਕਿਸੇ ਕੋਲੀਗ ਦਾ, ਕਿਸੇ ਰਿਲੇਟਿਵ ਦਾ ਜਾਂ ਕਿਸੇ ਨੇਟਿਵ ਸਪੀਕਰ ਦਾ ਐਕਸੈਂਟ ਤੁਸੀਂ ਫੋਲੋ ਕਰਨ ਦੀ ਟਰਾਈ ਕਰੋਗੇ। ਜੇ ਟਰਾਈ ਕਰੋਗੇ ਉੱਥੇ ਹੀ ਫੇਲ ਹੋ ਜਾਓਗੇ, ਉਹ ਤੁਹਾਡੇ ਲਈ ਵਰਕ ਨਹੀਂ ਕਰੇਗਾ, ਬਿਕਾਜ਼ ਦੈਟਸ ਨਾਟ ਯੋਰ ਨੈਚੁਰਲ ਐਕਸੈਂਟ। ਆਲਵੇਜ਼ ਸਪੀਕ ਇਨ ਯੋਰ ਨੈਚੁਰਲ ਐਕਸੈਂਟ। ਠੀਕ ਹੈ। ਜੋ ਵੀ ਤੁਹਾਡਾ ਹੈ ਬਚਪਨ ਤੋਂ ਹੈ, ਸਟਾਰਟਿੰਗ ਤੋਂ ਹੈ, ਹਾਂ ਤੁਸੀਂ ਉਹਨੂੰ ਇੰਪਰੂਵ ਕਰ ਸਕਦੇ ਹੋ ਆਪਣੀ ਪ੍ਰੋਨਾਂਸੀਏਸ਼ਨ ਨੂੰ ਇੰਪਰੂਵ ਕਰਕੇ। ਕਲੀਅਰ? ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦਿਓ ਇਨ ਪਾਰਟ 1। ਹੁਣ ਪਾਰਟ ਸੈਕਿੰਡ ਦੇ ਵਿੱਚ ਤੁਸੀਂ ਕੀ ਕਰੋਗੇ? ਜਦੋਂ ਪਾਰਟ ਸੈਕਿੰਡ ਦੀ ਤੁਸੀਂ ਸੈਕਿੰਡ ਟਾਈਮ ਰਿਕਾਰਡਿੰਗ ਸੁਣੋਗੇ ਉਦੋਂ ਤੁਸੀਂ ਫੋਕਸ ਕਰੋਗੇ ਔਨ ਦਾ ਮੇਨ ਕੰਟੈਂਟ। ਮੇਨ ਕੰਟੈਂਟ ਮੀਨਸ ਜੋ ਟੌਪਿਕ ਸੀ ਕਿਊ ਕਾਰਡ ਦਾ, ਮੈਂ ਆਫ ਦਾ ਟੌਪਿਕ ਤਾਂ ਨਹੀਂ ਚਲਾ ਗਿਆ, ਮੈਂ ਪ੍ਰੋਪਰ ਉਵੇਂ ਬੋਲਿਆ, ਮੈਂ ਸਾਰੇ ਦੇ ਸਾਰੇ ਬੁਲੇਟ ਪੁਆਇੰਟਸ ਨੂੰ ਐਕਸਪਲੇਨ ਕੀਤਾ। ਠੀਕ ਹੈ। ਮੈਂ ਪੂਰੇ 2 ਮਿੰਟਸ ਬੋਲਿਆ ਜਾਂ ਨਹੀਂ ਬੋਲਿਆ, ਮੇਰੇ ਆਈਡੀਆਜ਼ ਡਿਵੈਲਪ ਸੀ, ਆਈਡੀਆਜ਼ ਇੰਪ੍ਰੈਸਿਵ ਸੀਗੇ, ਮੈਂ ਉਹਦੇ ਵਿੱਚ ਪ੍ਰੋਪਰ ਕਨੈਕਟਰਸ, ਲਿੰਕਰਸ, ਕੋਹੈਸਿਵ ਡਿਵਾਈਸਿਸ ਯੂਜ਼ ਕੀਤੇ। ਐਂਡ ਦੈਨ ਮੈਂ ਵੋਕੈਬਲਰੀ, ਪ੍ਰੋਪਰ ਵਾਈਡ ਰੇਂਜ ਆਫ ਵੋਕੈਬਲਰੀ ਔਰ ਗੁੱਡ ਰੇਂਜ ਆਫ ਵੋਕੈਬਲਰੀ ਉਹਦੇ ਵਿੱਚ ਪਾਈ, ਜਾਂ ਮੈਂ ਬਹੁਤ ਸਿੰਪਲ ਬੋਲ ਰਿਹਾ ਸੀ। ਇਸ ਤਰੀਕੇ ਨਾਲ ਤੁਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਜਦੋਂ ਆਪਣੀ ਰਿਕਾਰਡਿੰਗ ਸੁਣੋਗੇ, ਬਿਲੀਵ ਮੀ ਗਾਈਸ, ਤੁਸੀਂ ਆਪਣੇ ਟੀਚਰ ਖੁਦ ਬਣ ਜਾਓਗੇ, ਆਪਣੇ ਮੈਂਟਰ ਖੁਦ ਬਣ ਜਾਓਗੇ। ਤੁਹਾਨੂੰ ਨਹੀਂ ਜ਼ਰੂਰਤ ਪਊਗੀ ਕਿਸੇ ਹੋਰ ਦੀ, ਬਿਕਾਜ਼ ਉਦੋਂ ਤੁਸੀਂ ਕੀ ਕਰੋਗੇ? ਆਪਣੀਆਂ ਗਲਤੀਆਂ ਨੂੰ ਖੁਦ ਨੋਟਿਸ ਕਰੋਗੇ, ਫਿਰ ਉਹਨਾਂ ਨੂੰ ਆਪਣੇ ਆਪ ਰੈਕਟੀਫਾਈ ਕਰਨਾ ਸਟਾਰਟ ਕਰੋਗੇ। ਕਲੀਅਰ? ਥਰਡ ਪੁਆਇੰਟ ਇਜ਼ ਯੋਰ ਆਈਡੀਆਜ਼। ਯੈਸ, ਹੁਣ ਜਦੋਂ ਵੀ ਆਈਡੀਆਜ਼ ਦੀ ਗੱਲ ਆਉਂਦੀ ਹੈ ਵੀ ਆਲ ਗੋ ਬਲੈਂਕ। ਬਹੁਤ ਜ਼ਿਆਦਾ ਸਟੂਡੈਂਟਸ ਕੰਪਲੇਨ ਕਰਦੇ ਨੇ ਕਿ ਮੈਮ ਆਈਡੀਆਜ਼ ਡਿਵੈਲਪ ਨਹੀਂ ਆਉਂਦੇ ਐਟ ਦਾ ਟਾਈਮ, ਹੈ ਨਾ। ਜਦੋਂ ਘਰੇ ਪ੍ਰੀਪਰੇਸ਼ਨ ਕਰਦੇ ਹੋ ਉਦੋਂ ਆਈਡੀਆਜ਼ ਆ ਜਾਂਦੇ ਆ, ਬਟ ਜਦੋਂ ਫਾਈਨਲ ਪੇਪਰ ਦੇ ਵਿੱਚ ਜਾਂਦੇ ਉਦੋਂ ਨਹੀਂ ਆਉਂਦੇ। ਉਹਦਾ ਇੱਕ ਕਾਰਨ ਕੀ ਹੈ? ਜਦੋਂ ਸਟਾਰਟਿੰਗ ਤੋਂ ਹੀ ਅਸੀਂ ਪ੍ਰੀਪੇਅਰ ਕਰਨਾ ਸਟਾਰਟ ਕਰਦੇ ਹਾਂ, ਸਾਨੂੰ ਸਿਖਾਇਆ ਜਾਂਦਾ ਕਿ ਤੁਸੀਂ
ਸੈਂਪਲ ਆਨਸਰਸ ਪੜ੍ਹੋ ਹੈ ਨਾ, ਤੁਸੀਂ ਕਿਤੋਂ ਆਈਡੀਆਜ਼ ਦੇਖੋ, ਫਿਰ ਆਪਣੇ ਆਈਡੀਆਜ਼ ਬਣਾਓ। ਪਰ ਉਹ ਚੀਜ਼ ਠੀਕ ਹੈ, ਤੁਸੀਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਆਈਡੀਆਜ਼ ਨਹੀਂ ਆਉਂਦੇ, ਤੁਸੀਂ ਕਿਤੋਂ ਹੈਲਪ ਲਓ, ਕਿਸੇ ਦੇ ਸੈਂਪਲ ਆਨਸਰਸ ਨੂੰ ਦੇਖੋ, ਆਫੀਸ਼ੀਅਲ ਸਾਈਟਸ ਤੋਂ ਸੈਂਪਲ ਆਨਸਰ ਚੱਕੋ ਹੈ ਨਾ। ਆਪਣੇ ਜੇ ਕਿਸੇ ਫਰੈਂਡ ਨੇ ਕੀਤੀ ਹੈ ਆਈਐਲਸ ਪਹਿਲਾਂ ਜਾਂ ਕਿਸੇ ਰਿਲੇਟਿਵ ਨੇ, ਉਸ ਦੇ ਨਾਲ ਵੀ ਡਿਸਕਸ਼ਨ ਕਰੋ, ਲੇਕਿਨ ਉਸ ਨੂੰ ਆਪਣੀ ਹੈਬਿਟ ਨਾ ਬਣਾਓ। ਜੇ ਤੁਸੀਂ ਐਵੇਂ ਹੈਬਿਟ ਬਣਾ ਲਓਗੇ ਨਾ ਕਿ ਮੈਂ ਉਹ ਤੋਂ ਸਿੱਖ ਲਾਂ ਜਾਂ ਆਈਡੀਆਜ਼ ਦੇਖ ਲਾਂ ਫਿਰ ਮੈਨੂੰ ਆਈਡੀਆਜ਼ ਆਉਣਗੇ, ਫਿਰ ਹੌਲੀ ਹੌਲੀ ਤੁਸੀਂ ਉਹੀ ਹੈਬਚੁਅਲ ਹੋ ਜਾਓਗੇ, ਉਹ ਚੀਜ਼ਾਂ ਤੁਹਾਡੇ ਲਈ ਵਰਕ ਨਹੀਂ ਕਰਨਗੀਆਂ, ਉਹ ਹੋਏਗੀ ਤੁਹਾਡੀ ਆਪਣੇ ਨਾਲ ਚੀਟਿੰਗ। ਠੀਕ ਹੈ, ਤੁਸੀਂ ਸਟਾਰਟਿੰਗ ਤੋਂ ਹੀ ਕੀ ਕਰੋ, ਜਦੋਂ ਸਟਾਰਟ ਕਰਨਾ ਮੀਨਸ ਤੁਸੀਂ ਪ੍ਰੈਪਰੇਸ਼ਨ ਸਟਾਰਟ ਕੀਤੀ 4 to 5 ਡੇਜ਼ ਲੈ ਲਓ, 1 ਵੀਕ ਲੈ ਲਓ ਐਵੇਂ ਦੇਖਣ ਲਈ ਕਿ ਤੂੰ ਆਈਡੀਆਜ਼ ਮੈਂ ਦੇਖ ਲਏ ਹੈ ਨਾ, ਕਿਤੋਂ ਹੋਰ ਕਿਸੇ ਤੋਂ ਪੁੱਛ ਲਿਆ, ਗੂਗਲ ਕਰ ਲਿਆ, ਇੱਦਾਂ ਤੁਸੀਂ 1 ਵੀਕ ਕਰ ਸਕਦੇ ਹੋ। ਬਟ ਫਿਰ ਕੀ ਕਰੋ, ਫਿਰ ਆਪਣੇ ਆਈਡੀਆਜ਼ ਖੁਦ ਡਿਵੈਲਪ ਕਰੋ। ਜਿਸ ਵੀ ਟੌਪਿਕ ਤੇ ਕਿਊ ਕਾਰਡ ਆਇਆ, ਫਿਰ ਤੁਸੀਂ ਕੀ ਕਰੋ, ਇੱਕ ਕਿਊ ਕਾਰਡ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰੋ, ਇੰਟਰੋਡਕਸ਼ਨ, ਬॉडी ਐਂਡ ਕਨਕਲੂਜਨ। ठीक है, सब तो पहला कोई भी टॉपिक आया वो इंट्रोडक्शन दो, इंट्रोडक्शन कभी भी स्किप ना करो, बिकॉज इंट्रोडक्शन प्लेज अ वेरी क्रूशियल रोल। इंट्रोडक्शन एक तो टाइम कवर करेगी थोड़ा जहा है ना, एक थोड़ा हल्का जहा कंफर्टेबल कर देगी कि तुम्हें हो जाएगा मैं बहुत वधिया स्टार्ट किया तो मैं पूरा का पूरा क्यू कार्ड बोल सकदा, थोड़ा उत्थे स्टैमिना बूस्ट होएगा, कॉन्फिडेंस बिल्ड होएगा थोड़े विच। दैन इज बॉडी नूं तुसीं बोलो सारे बुलेट पॉइंट्स। हुण ये नहीं बुलेट पॉइंट्स सानूं सिखाए जांदे भी असीं बुलेट पॉइंट्स नूं बोलना एक एक करके, ये नहीं कि तुसीं बॉडी दे विच सिंगल बुलेट पॉइंट नूं उत्थे एक्सप्लेन करना स्टार्ट कर दिओ। जे तुसीं सिंगल एक्सप्लेन करना स्टार्ट करोगे तो तुहाडा टाइम कदे भी कवर नहीं होएगा, तुसीं 1 मिनट तो ज़्यादा उत्थे कदे भी नहीं बोल पाओगे। ठीक है, हुण देखो जे तुहानूं कोई टॉपिक आया, सपोज ट्रैफिक जैम ते टॉपिक आया है ना, उहदे पॉइंट्स किवें होणगे, where and when it happened, how long you were stuck in the traffic jam है ना, what you did during that time, या फिर how you felt। जे हुण मैं तो सिंगल आंसर करा है ना कि मैं लुधियाने गया सी, आई वेंट टू लुधियाना, देयर आई गॉट स्टक इन अ ट्रैफिक जैम है ना, फिर उत्थे इट टुक 3 hours टू क्लीयर द जैम, फिर एवं 1 by 1 एक्सप्लेन करा तो मेरी कोई स्टोरी तो बनी नहीं, तो ना ही मेरा टाइम कवर होएगा, तो ना ही वो इंप्रैसिव बनेगा, मैंने बैंड बिल्कुल नहीं आउणगे, तो एग्जामिनर भी बोर हो जाएगा। हुण तुसीं इहनूं ओवरकम करने के लिए की कर सकते हो, एक स्टोरी बनाओ, ट्रैफिक जैम के रिलेटेड एक स्टोरी डेवलप कर लो। पहले वधिया जी इंट्रोडक्शन दो, फिर एक स्टोरी डेवलप करो, उस स्टोरी को खुद नूं इमेजिन करो कि मैं खुद फसिया सी ट्रैफिक जैम ते, ना ही मैं कितों क्रैम किया, ना ही मैं कितों रट के आया, ना ही किसी होर दे आइडियाज़ ने। हुण जे तुसीं ट्रैफिक जैम दे विच खुद कदे स्टक नहीं भी होए तो ट्रैवल तो किया ना, तुहानूं पता तो है ट्रैफिक जैम की हुंदा, उस स्टोरी खुद बनाओ, खुद उहनूं अपने अराउंड रिवॉल्व कर दो, एक कहानी बनाओ। ठीक है, फिर देखो तो टाइम 2 to 2.5 तुसीं इवन 3 मिनट्स तक भी बोल पाओगे। लास्ट इज कनकलूजन देना भी उन्ना ही जरूरी है जिन्नी तुहाडी इंट्रोडक्शन। ठीक है, कनकलूजन के भी ज़्यादातर तुसीं की कर सकते हो, मैं हमेशा तुहानूं सुजैशन देनी है, जिहड़ा लास्ट वाला पॉइंट हुंदा ना, जिवें इहदे विच सी हाउ यू फेल्ट, उहनूं तुसीं कनकलूजन दे विच लै आओ। कनकलूजन दे विच जदों उहनूं लैके आओगे तो तुसीं किवें एक्सप्लेन करोगे, ऑल इन ऑल आई मस्ट से दैट आई फेल्ट इरीटेटेड, आई फेल्ट एजिटेटेड, है ना, एवं यूज़ कर सकते हो। एज इट वॉज माई वर्स्ट एक्सपीरियंस, एज इट वॉज माई वर्स्ट डे ऑफ लाइफ, इस तरीके नाल तुसीं उहनूं कनकलूड करो, उवें वधिया कनकलूड भी हो जाएगा, तुहाडा इंप्रैशन भी बिल्ड होएगा, तो टाइम भी कवर हो जाएगा, तो सारे के सारे बुलेट पॉइंट्स भी बोले जाएंगे, बट उन्होंने बोलना किवें, स्टोरी बना के। क्लीयर, हुण जे बोलते बोलते तुहाडी प्रोनंसिएशन एरर्स ने, तुहानूं पता लग्या मेरे प्रोनंसिएशन एरर्स ने, हुण प्रोनंसिएशन नूं इंप्रूव करने के लिए एक टिप मैं इत्थे दूंगी तुहानूं, जो भी वर्ड्स नूं तुसीं मिसप्रोनाउंस कर रहे हो उन्होंने 5 टाइम्स प्रोनाउंस करके देखो, दिन दे विच 2 to 3 टाइम्स। ठीक है, कॉपी ते अलग तो नोट बनाओ, इत्थे हसना नहीं है कि मैम तो बच्चों वाली गल कर रहे हैं, बच्चे ही पढ़ना पाएगा जे चीज़ों को इंप्रूव करना है स्टार्टिंग तो ही, अदरवाइज जे नहीं करोगे सोचोगे एंड च कर लूँगा, एंड च करूँगा, फिर वो बहुत ही ज़्यादा कंपाइल हो जाएगा, फिर नहीं कर पाओगे, तो फिर एग्जाम के भी उही वर्ड्स आउणगे, उही वर्ड्स तुहाडे मूँह चों निकलणगे जिन्होंने तुसीं गलत। आई होप दीज ऑल स्ट्रेटेजीज और 3 पॉइंट्स जिहड़े भी मैं तुहानूं दस्से ने, दीज वुड डेफिनेटली वर्क फॉर यू, एंड येस जिवें जिवें तुसीं प्रैक्टिस करोगे उवें उवें तुसीं इंप्रूवमेंट खुद नोटिस करोगे, एंड जे इंप्रूवमेंट हो रही है तुहानूं डे बाय डे ग्रैजुअली तुसीं है ना रिकवर कर रहे हो, चीज़ों को इंप्रूव कर रहे हो, रेक्टिफाई कर रहे हो, दैन प्लीज़ डू राइट मी इन द कॉमेंट सेक्शन, आई विल प्लीज टू हियर दैट। ओके, सो फॉर मोर अपडेट्स स्टे ट्यून्ड टू माई चैनल, थैंक यू, बाय बाय।